ज्ञान अंजन गुर दिया, अज्ञान अंधेर विनाश। हर कृपा ते संत पिठिया, नानक मन परगास। गुरपुरा भेटियो वड भागी, मन है भया परगासा। कोई ना पहुँचन हारा दूजा, अपने साहिब का परवासा। वाहिगुरु साहिब जियो, पवित होए से जना, जिनी हर ध्याया। हर ध्याया पवित होए, गुरमुख जिनी ध्याया। पवित होए से जना, जिनी हर ध्याया। हर ध्याया पवित होए, गुरमुख जिनी ध्याया। पवित माता पिता कुटुंब सहित स्यों, पवित संगत सुबाइया। कह दे पवित सुन दे पवित, से पवित जिनी मन वसाया। कह नानक से पवित, जिनी गुरमुख हर हर ध्याया। कह नानक से पवित, जिनी गुरमुख हर हर ध्याया। वाहिगुरु जी का खालसा, वाहिगुरु जी की फतेह। जुगो जुग अटल धन धन साहिब श्री गुरु ग्रंथ साहिब सच्चे पातशाह जी की पावन पवित्र हजूरी अंदर सुभाई मान गुरु प्यारी गुरु सवारी गुरु साजी साध संगत जीओ। गुरु चरना विच बैठ के पावन बाणी का परम आनंद रस मान रहे हो। बड़े प्यार नाल सत्कारयोग भाई से पासों रहराज साहिब की पावन बाणी के पाठ आप जी श्रवण किए हैं। आओ समा है गुरमत विचारां दा। धन गुरु गुरु अमरदास सच्चे पातशाह जी ने आनंद साहिब की पावन 17वीं पौड़ी अंदर की बख्शिश रहमत की है। आओ आपां अपने मन दीयां वरतियां नूं एकाग्र करके गुरु शब्द नाल जोड़ के पावन गुरबाणी दे विचार आपां सारे ने रल मिल के साझी करनी है। धन गुरु गुरु अमरदास सच्चे पातशाह जी ने जिथे इस तो पहला ये पावन बचन जिहड़े हन समझाए हन कि अकाल पुरख परमात्मा प्रभु परमेश्वर का जिहड़ा खेड़ा है, जो आनंद है, वो आनंद की प्राप्ति निरियां गल्लां नाल नहीं हो सकती ते ना ही परमात्मा नूं गल्लां दे नाल खुश किया जा सकता है, रिझाया जा सकता है, प्रसन्न किया जा सकता है। अकाल पुरख परमात्मा ते साडे अंदर दे जीवन नूं, साडे अंदर दे किरदार नूं, साडे अंदर दे आचार नूं, विचार नूं वेखदा है। अकाल पुरख ये वेखदा है कि जो इस दे बोलां विच नज़र आउंदा है कि उहदे जीवन दे विच है या नहीं। बहुतायत मनुख संसार विच ऐसे ने जिन्हां दीयां गल्लां ते बहुत प्यारियां, बहुत मिठियां,
ਬਹੁਤ ਮਹਾਨ ਨੇ, ਪਰ ਉਹਨਾਂ ਦਾ ਜੀਵਨ ਕਿਰਦਾਰ ਇੰਨਾ ਮਹਾਨ ਨਹੀਂ ਹੁੰਦਾ। ਇਸ ਕਰਕੇ ਮੇਰੇ ਪਾਤਸ਼ਾਹ ਜੀ ਨੇ ਸਪਸ਼ਟ ਕਹਿ ਦਿੱਤਾ, ਇੱਕ ਫਿਰੈ ਕਨੇਰੇ ਕਰਹਿ ਗੱਲਾਂ ਗੱਲੀ ਕਿਨੈ ਨਾ ਪਾਇਆ। ਗੱਲਾਂ ਨਾਲ ਪਰਮ ਆਨੰਦ ਦੀ ਪ੍ਰਾਪਤੀ ਨਹੀਂ ਹੋ ਸਕਦੀ। ਕੋਈ ਕਿੰਨੀਆਂ ਵੀ ਆਨੰਦ ਦੀਆਂ ਗੱਲਾਂ ਕਰੀ ਜਾਵੇ, ਕੋਈ ਕਿੰਨੀਆਂ ਵੀ ਖੇੜੇ ਦੇ ਪਰਥਾਏ ਗੱਲਾਂ ਕਰੀ ਜਾਵੇ, ਪਰਮਾਤਮਾ ਪ੍ਰਤੀ ਕਰੀ ਜਾਵੇ, ਪਰ ਉਹਦੀ ਪ੍ਰਾਪਤੀ ਗੱਲਾਂ ਨਾਲ ਨਹੀਂ ਹੋਣੀ। ਉਹਦੀ ਪ੍ਰਾਪਤੀ ਤਾਂ ਉਸ ਪਰਮ ਪਿਤਾ ਪਰਮਾਤਮਾ ਪ੍ਰਭੂ ਦੇ ਚਰਨਾਂ ਨਾਲ ਮਨੁੱਖ ਜਦੋਂ ਮਨ ਕਰਕੇ ਚਿੱਤ ਕਰਕੇ ਜੁੜ ਜਾਂਦਾ ਹੈ ਤਾਂ ਉਹ ਪ੍ਰਾਪਤੀ ਉਦੋਂ ਹੀ ਹੁੰਦੀ ਹੈ। ਤਾਂ ਅੱਜ ਦੀ ਇਸ ਪਾਵਨ ਪੌੜੀ ਅੰਦਰ ਗੁਰਦੇਵ ਕਿਰਪਾ ਕਰਦੇ ਨੇ ਕਿ ਜਿਹੜੇ ਕੇਵਲ ਅਜੇ ਤੱਕ ਗੱਲਾਂ ਦੇ ਨਾਲ ਪਰਮਾਤਮਾ ਨੂੰ ਖੁਸ਼ ਕਰਨ ਦਾ ਯਤਨ ਕਰ ਰਹੇ ਸਨ, ਜਦੋਂ ਉਹਨਾਂ ਨੂੰ ਇਸ ਗੱਲ ਦੀ ਸਮਝ ਆ ਗਈ ਵੀ ਗੱਲਾਂ ਨਾਲ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੋ ਸਕਦੀ, ਪਰਮ ਆਨੰਦ ਤੇ ਰਸ ਦੀ ਪ੍ਰਾਪਤੀ ਨਹੀਂ ਹੋ ਸਕਦੀ, ਤਾਂ ਉਹਨਾਂ ਨੂੰ ਸਮਝ ਆਈ ਇਸ ਗੱਲ ਦੀ ਵੀ ਅਕਾਲ ਪੁਰਖ ਪਰਮਾਤਮਾ ਪ੍ਰਭੂ ਦੇ ਪਰਮ ਆਨੰਦ ਰਸ ਦੀ ਪ੍ਰਾਪਤੀ ਵਾਸਤੇ ਮਨੁੱਖ ਦਾ ਅੰਦਰੋਂ ਪਵਿੱਤਰ ਹੋਣਾ ਬਹੁਤ ਜ਼ਰੂਰੀ ਹੈ। ਤੇ ਹੁਣ ਇੱਕ ਹੋਰ ਗੱਲ ਇੱਥੇ ਸਮਝ ਆ ਗਈ ਵੀ ਇਹਦਾ ਮਤਲਬ ਜੇ ਅੰਦਰੋਂ ਪਵਿੱਤਰ ਹੋਣਾ ਜ਼ਰੂਰੀ ਹੈ ਤੇ ਫਿਰ ਬਾਹਰੋਂ ਜੋ ਅੱਜ ਤੱਕ ਪਵਿੱਤਰ ਦਿਸ ਰਿਹਾ ਸਾਂ ਉਹ ਫਿਰ ਕਿਸੇ ਅਰਥ ਨਹੀਂ ਸੀ। ਇਹਦਾ ਮਤਲਬ ਜੋ ਬਾਹਰੀ ਤੌਰ ਤੇ ਮੈਂ ਯਤਨ ਕਰ ਰਿਹਾ ਸਾਂ ਵੀ ਮੈਂ ਬਹੁਤ ਪਵਿੱਤਰ ਹਾਂ, ਤੇ ਉਹ ਪਵਿੱਤਰਤਾ ਮੇਰੀ ਕਿਸੇ ਵੀ ਕੰਮ ਨਹੀਂ ਆਈ। ਤੇ ਪਾਤਸ਼ਾਹ ਆਖਦੇ ਨੇ ਇਹ ਗੱਲ ਵਾਕਈ ਸੱਚ ਆ, ਜਿਹੜੇ ਕੇਵਲ ਬਾਹਰ ਵਾਲੀ ਪਵਿੱਤਰਤਾ ਨਾਲ ਆਪਣੇ ਆਪ ਨੂੰ ਮਹਾਨ ਕਹਿ ਰਹੇ ਹਨ ਤਾਂ ਉਹ ਇਹ ਭੁੱਲੇ ਹੋਏ ਹਨ ਕਿ ਬਾਹਰ ਵਾਲੀ ਪਵਿੱਤਰਤਾ ਵੀ ਪਰਮਾਤਮਾ ਦੇ ਦਰ ਤੇ ਪ੍ਰਵਾਨ ਨਹੀਂ ਹੁੰਦੀ। ਤਾਂ ਗੁਰੂ ਪਾਤਸ਼ਾਹ ਜੀ ਨੇ ਜਿੱਥੇ ਬਾਹਰ ਵਾਲੀ ਪਵਿੱਤਰਤਾ ਦੀ ਗੱਲ ਕੀਤੀ, ਉੱਥੇ ਮਨੁੱਖ ਦੇ ਅੰਦਰ ਦੀ ਪਵਿੱਤਰਤਾ ਤੇ ਜ਼ਿਆਦਾ ਜ਼ੋਰ ਦਿੱਤਾ ਹੈ। ਤੇ ਅੰਦਰ ਮੈਲਾ ਕੀ ਹੈ? ਮਹਾਰਾਜ ਆਖਦੇ ਨੇ ਅੰਦਰ ਤੇ ਮੈਲਾ ਹੈ ਮਨ, ਤੇ ਜਦੋਂ ਤੇਰਾ ਮਨ ਪਵਿੱਤਰ ਹੋ ਜਾਵੇਗਾ ਤਾਂ ਫਿਰ ਤੇਰਾ ਜੀਵਨ ਵੀ ਪਵਿੱਤਰ ਹੋਵੇਗਾ। ਤੇ ਉਸ ਮੈਲੇ ਮਨ ਨੂੰ ਪਵਿੱਤਰ ਕਰਨ ਵਾਸਤੇ ਕੋਈ ਯੋਗ, ਕੋਈ ਆਉਂਦਾ ਚੀਜ਼ ਚਾਹੀਦੀ ਹੈ, ਕਿਉਂਕਿ ਮਨ ਕੋਈ ਅੱਜ ਪਹਿਲੀ ਵਾਰ ਮੈਲਾ ਨਹੀਂ ਹੋਇਆ। ਤੇ ਮਨ ਮੈਲਾ ਕਿਵੇਂ ਹੁੰਦਾ? ਬੰਦੇ ਦੀਆਂ ਵਿਚਾਰਾਂ ਨਾਲ, ਬੰਦੇ ਦੇ ਖਿਆਲਾਂ ਨਾਲ, ਬੰਦੇ ਦੇ ਫੁਰਨਿਆਂ ਨਾਲ। ਹੁਣ ਜਦੋਂ ਬੰਦੇ ਦੀ ਵਿਚਾਰ ਪਵਿੱਤਰ ਹੋਵੇਗੀ, ਨਿਰਮਲ ਹੋਵੇਗੀ, ਤਾਂ ਸਮਝ ਲੈਣਾ ਮਨ ਵੀ ਪਵਿੱਤਰ ਹੈ। ਤੇ ਪਵਿੱਤਰ ਮਨ ਦੇ ਵਿੱਚ ਹੀ ਉਸ ਪ੍ਰਭੂ ਪਰਮਾਤਮਾ ਦੇ ਪਵਿੱਤਰ ਨਾਮ ਦਾ ਨਿਵਾਸ ਹੋਵੇਗਾ। ਇਸ ਕਰਕੇ ਆ ਸਾਡਾ ਜਿਹੜਾ ਸਾਰਾ ਯਤਨ ਹੈ ਨਾ, ਇਹ ਯਤਨ ਕਿਉਂ ਹੈ? ਇਹ ਕਥਾ, ਕੀਰਤਨ, ਸਤ ਸੰਗਤ, ਸੇਵਾ, ਸਿਮਰਨ, ਪਾਠ ਕਾਹਦੇ ਵਾਸਤੇ ਹੈ? ਅਸਲ ਦੇ ਵਿੱਚ ਇਹ ਸਾਰੇ ਯਤਨ ਸਨ ਮਨੁੱਖ ਅੰਦਰੋਂ ਮਨ ਕਰਕੇ ਪਵਿੱਤਰ ਹੋਵੇ। ਹੁਣ ਜਿੰਨਾ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਸ਼ਾਇਦ ਸਿੱਖ ਨੂੰ ਇਸ ਅੰਦਰ ਦੀ ਪਵਿੱਤਰਤਾ ਬਾਰੇ ਦੱਸਿਆ ਸੀ, ਕਿਸੇ ਹੋਰ ਰਹਿਬਰ ਨੇ ਇੰਨਾ ਜ਼ੋਰ ਦੇ ਕੇ ਨਹੀਂ ਸੀ ਦੱਸਿਆ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਤਾਂ ਪਹਿਲਾ ਜਿਹੜਾ ਕਾਰਜ ਸੀ ਉਹ ਪਵਿੱਤਰਤਾ ਦੀ ਆਰੰਭ ਕੀਤਾ। ਜਦੋਂ ਗੁਰਬਾਣੀ ਦੀ ਆਰੰਭਤਾ ਹੋਈ ਹੈ ਤੇ ਪਹਿਲਾ ਮੂਲ ਮੰਤਰ ਆਉਂਦਾ ਹੈ, ਉਸ ਤੋਂ ਬਾਅਦ ਫਿਰ ਸ਼ਲੋਕ ਆਉਂਦਾ ਹੈ, ਤੇ ਉਸ ਤੋਂ ਬਾਅਦ ਜਿਹੜੀ ਪਹਿਲੀ ਗੱਲ ਮਹਾਰਾਜ ਨੇ ਕੀਤੀ ਹੈ ਉਹ ਅਸਲ ਵਿੱਚ ਪਵਿੱਤਰਤਾ ਦੀ ਸੀ। ਸੋਚੈ ਸੋਚ ਨਾ ਹੋਵਈ। ਸੋਚ ਸ਼ਬਦ ਜਿਹੜਾ ਸੰਸਕ੍ਰਿਤ ਤੋਂ ਆਇਆ, ਸ਼ੌਚਾਲਯ ਸ਼ਬਦ ਇਹਦੇ ਤੋਂ ਬਣਦਾ ਹੈ। ਸੋਚੈ ਸੋਚ ਨਾ ਹੋਵਈ, ਜੇ ਸੋਚੀ ਲੱਖ ਵਾਰ। ਇਸ ਤਰ੍ਹਾਂ ਤੂੰ ਪਵਿੱਤਰ ਨਹੀਂ, ਸੁੱਚਾ ਨਹੀਂ ਹੋ ਸਕਦਾ। ਤੂੰ ਲੱਖਾਂ ਵਾਰ ਤੀਰਥਾਂ ਤੇ ਇਸ਼ਨਾਨ ਕਰ ਲੈ, ਲੱਖਾਂ ਵਾਰ ਆਪਣੇ ਆਪ ਨੂੰ ਪਾਣੀ ਦੇ ਨਾਲ ਸਾਫ਼ ਕਰਨ ਦਾ ਯਤਨ ਕਰ ਲੈ, ਪਰ ਤੂੰ ਇਸ ਤਰ੍ਹਾਂ ਪਵਿੱਤਰ ਨਹੀਂ ਹੋ ਸਕਦਾ। ਭਾਵੇਂ ਲੱਖਾਂ ਵਾਰ ਤੂੰ ਯਤਨ ਕਰਦਾ ਰਹਿ ਮੁੜ ਮੁੜ ਕੇ, ਪਰ ਜਿਹੜੀ ਚੀਜ਼ ਮੈਲੀ ਹੈ, ਜਿਹੜੀ ਅਪਵਿੱਤਰ ਹੈ, ਪਵਿੱਤਰ ਤੇ ਉਹਨੂੰ ਕਰਨਾ ਹੈ। ਤੇ ਸਰੀਰ ਨੂੰ ਤਾਂ ਮਨੁੱਖ ਪਵਿੱਤਰ ਕਰ ਲੈਂਦਾ ਹੈ, ਇਹ ਸਮਝਦਾ ਹੈ
ਵੀ ਮੈਂ ਦਿਨ ਵਿੱਚ 2 ਵਾਰ 3 ਵਾਰ ਨਹਾ ਲਿਆ ਤੇ ਮੇਰਾ ਸਰੀਰ ਪਵਿੱਤਰ ਹੋ ਗਿਆ। ਪਰ ਜੇ ਤੁਸੀਂ ਅਧਿਆਤਮਕ ਦੀ ਦੁਨੀਆ ਵਿੱਚ ਗੁਰਬਾਣੀ ਦੇ ਡੂੰਘਾਈ ਦੇ ਵਿੱਚ ਜਾਓਗੇ, ਫਿਰ ਤੁਹਾਨੂੰ ਪਤਾ ਲੱਗੇਗਾ ਪਵਿੱਤਰਤਾ ਕਿਹਨੂੰ ਕਹਿੰਦੇ ਨੇ, ਸੁੱਚਮਤਾ ਕਿਹਨੂੰ ਕਹਿੰਦੇ ਨੇ। ਅਸੀਂ ਕਹਿੰਦੇ ਆ ਵੀ ਆਪਾਂ ਸਾਬਣ ਨਾਲ ਆਪਣੇ ਹੱਥ ਨੂੰ ਵਾਸ਼ ਕਰ ਲਿਆ, ਧੋ ਲਿਆ, ਹੱਥ ਪਵਿੱਤਰ ਹੋ ਗਏ। ਮਹਾਰਾਜ ਇਹ ਚੀਜ਼ ਨਹੀਂ ਮੰਨਦੇ, ਮਹਾਰਾਜ ਇਸ ਗੱਲ ਨੂੰ ਨਹੀਂ ਮੰਨਦੇ। ਮਹਾਰਾਜ ਆਖਦੇ ਨੇ ਤੇਰੇ ਹੱਥ ਉਦਣ ਪਵਿੱਤਰ ਹੋਣਗੇ ਜਿੱਦਣ ਤੇਰੇ ਹੱਥਾਂ ਨਾਲ ਚੰਗਾ ਕੋਈ ਕੰਮ ਹੋਵੇਗਾ, ਚੰਗਾ ਭਲਾ ਕਰੇਗਾ, ਕਿਸੇ ਦਾ ਪਰਉਪਕਾਰ ਕਰੇਗਾ। ਤੇ ਜੇ ਇਹਨਾਂ ਹੱਥਾਂ ਨੂੰ ਤੂੰ ਜਿੰਨੇ ਮਰਜ਼ੀ ਤੂੰ ਚੰਗੇ ਮਹਿੰਗੇ ਸਾਬਣ ਨਾਲ ਧੋ ਲੈ, ਤੇ ਇਹਨਾਂ ਹੱਥਾਂ ਦੇ ਨਾਲ ਤੂੰ ਕਿਸੇ ਦੀਆਂ ਠੱਗੀਆਂ ਵੀ ਕਿਸੇ ਨਾਲ ਮਾਰੀ ਜਾਵੇਂ, ਹੱਥਾਂ ਨਾਲ ਤੂੰ ਅਨਿਆਏ ਕਰੀ ਜਾਵੇਂ, ਇਨਸਾਫ ਕਰੇ ਨਾ, ਤੇ ਇਹਨਾਂ ਹੱਥਾਂ ਦੇ ਨਾਲ ਤੂੰ ਦੁਨੀਆ ਭਰ ਦੇ ਗਲਤ ਕਰਮ ਕਰੇ, ਤੇ ਫਿਰ ਆਖੇ ਵੀ ਮੇਰੇ ਹੱਥ ਪਵਿੱਤਰ ਨੇ। ਪਾਤਸ਼ਾਹ ਨੇ ਆਖਿਆ ਤੂੰ ਆਪਣੀਆਂ ਅੱਖਾਂ ਤੇ ਪਾਣੀ ਦੇ ਉੱਤੇ ਛਿੱਟੇ ਮਾਰ ਲੈ, ਭਾਵੇਂ ਕਿਸੇ ਵੀ ਤੀਰਥ ਤੋਂ ਲੈ ਆ, ਕਿਸੇ ਵੀ ਦੁਨੀਆ ਦੇ ਤੀਰਥ ਤੋਂ ਲੈ ਆ, ਤੇ ਅੱਖਾਂ ਤੇ ਛਿੱਟੇ ਮਾਰ ਲੈ, ਆਪ ਮੇਰੀਆਂ ਅੱਖਾਂ ਪਵਿੱਤਰ ਹੋ ਗਈਆਂ। ਬਿਲਕੁਲ ਨਹੀਂ, ਗੁਰਬਾਣੀ ਆਖਦੀ ਤੇਰੀਆਂ ਅੱਖਾਂ ਉਦੋਂ ਪਵਿੱਤਰ ਹੋਣਗੀਆਂ ਜਿੱਦਣ ਤੇਰਾ ਮਨ ਪਵਿੱਤਰ ਹੋਵੇ, ਤੇ ਉਹਦੇ ਅੰਦਰ ਇਹ ਵਿਚਾਰ ਪੈਦਾ ਹੋ ਜਾਵੇਗੀ ਕਿ ਇਹ ਨੇਤਰੋ ਮੇਰਿਓ ਹਰ ਤੁਮੈ ਜੋ ਧਰੀ ਹਰ ਬਿਨ ਅਵਰ ਨਾ ਦੇਖੋ ਕੋਈ। ਜਿੱਦਣ ਤੇਰੀਆਂ ਅੱਖਾਂ ਨੂੰ ਇਹ ਗਿਆਨ ਹੋ ਜਾਵੇਗਾ ਪਰ ਤ੍ਰੈ ਰੂਪ ਨਾ ਭੇਖੈ ਨੇਤਰ, ਤੇ ਜੇ ਅਜੇ ਪਰ ਤਨ ਪਰ ਧਨ ਨੂੰ ਵੇਖ ਰਹੀਆਂ ਨੇ ਤੇ ਅੱਖਾਂ ਫਿਰ ਮੈਲੀਆਂ ਨੇ, ਪਵਿੱਤਰ ਨਹੀਂ। ਫਿਰ ਤੇ ਜਿੰਨੇ ਮਰਜੀ ਤੂੰ ਜਲ ਦੇ ਛਿੱਟੇ ਮਾਰ ਲੈ, ਜਿਹੜੇ ਮਰਜੀ ਤੀਰਥ ਤੋਂ ਲੈ ਆ। ਕੰਨ ਪਵਿੱਤਰ ਕਿਵੇਂ ਹੁੰਦੇ ਨੇ ਕਿ ਬਾਹਰੋਂ ਧੋ ਲੈਣ ਦੇ ਨਾਲ ਕੰਨ ਪਵਿੱਤਰ ਹੋ ਗਏ, ਸੁੱਚੇ ਹੋ ਗਏ? ਮਹਾਰਾਜ ਕਹਿ ਲਗੇ ਨਹੀਂ, ਅਸਲ ਦੇ ਵਿੱਚ ਇਹ ਕੰਨ ਉਦੋਂ ਪਵਿੱਤਰ ਹੋਣਗੇ ਜਿੱਦਣ ਇਹ ਸੱਚ ਸੁਣਨਾ ਸ਼ੁਰੂ ਕਰ ਦੇਣਗੇ। ਇਹ ਸ਼ਰਵਣੋ ਮੇਰਿਓ ਸਾਚੈ ਸੁਣਨੇ ਨੋ ਪਠਾਏ, ਸਾਚੈ ਸੁਣਨੇ ਨੋ ਪਠਾਏ, ਸਰੀਰ ਲਾਏ ਸੁਣੋ ਸਤ ਬਾਣੀ। ਚੰਗੀ ਵਿਚਾਰ, ਚੰਗੇ ਬੋਲ ਜਿੱਦਣ ਇਹ ਸੁਣਨਾ ਸ਼ੁਰੂ ਕਰ ਦੇਣਗੇ, ਸਮਝੀ ਇਹ ਕੰਨ ਪਵਿੱਤਰ ਹੋ ਗਏ ਨੇ। ਤੇ ਜੇ ਅਜੇ ਵੀ ਭੈੜੇ ਦੁਨੀਆ ਦੇ ਗੰਦਗੀ ਭਰੇ ਗੀਤ ਤੈਨੂੰ ਇਹਨਾਂ ਕੰਨਾਂ ਦੇ ਨਾਲ ਚੰਗੇ ਲੱਗ ਰਹੇ ਨੇ, ਤੇ ਦੁਨੀਆ ਦੇ ਵਿਕਾਰੀ ਬੋਲਾਂ ਵਿੱਚੋਂ ਰਸ ਲੈ ਰਹੇ ਆ, ਤੇ ਫਿਰ ਅਜੇ ਇਹ ਕੰਨ ਮੈਲੇ ਨੇ, ਪਵਿੱਤਰ ਨਹੀਂ ਹੋਏ ਨੇ, ਅਜੇ ਤੱਕ ਮੈਲੇ ਨੇ। ਮਹਾਰਾਜ ਕਹਿਣ ਲੱਗੇ ਆ ਜ਼ੁਬਾਨ ਤੂੰ ਕਹਿੰਦਾ ਵੀ ਮੈਂ ਚੋਰੀ ਕਰ ਲਈ, ਬਰਸ਼ ਕਰ ਲਿਆ ਤੇ ਮੇਰਾ ਮੂੰਹ ਸੁੱਚਾ ਹੋ ਗਿਆ। ਨਹੀਂ ਪਿਆਰਿਆ, ਜਿੱਦਣ ਤੇਰੀ ਰਸਨਾ ਪਰਮਾਤਮਾ ਦੇ ਨਾਮ ਵਿੱਚ ਭਿੱਜ ਜਾਵੇਗੀ ਨਾ, ਜਿੱਦਣ ਤੇਰੀ ਰਸਨਾ ਮਿੱਠੇ ਬੋਲ ਬੋਲੇਗੀ, ਜਿੱਦਣ ਕੌੜੇ ਬੋਲ ਨਹੀਂ ਬੋਲੇਗੀ, ਕੁਰਖਤ ਬੋਲ ਨਹੀਂ ਬੋਲੇਗੀ, ਭੈੜੇ ਬੋਲ ਨਹੀਂ ਬੋਲੇਗੀ, ਮੰਦੇ ਬੋਲ ਨਹੀਂ ਬੋਲੇਗੀ, ਫਿੱਕੇ ਬੋਲ ਨਹੀਂ ਬੋਲੇਗੀ, ਸਮਝੀ ਜਿੱਦਣ ਇਸ ਜ਼ੁਬਾਨ ਤੋਂ ਚੰਗੇ ਬੋਲ ਨਿਕਲਣਗੇ ਜਿਹੜੇ ਮਨੁੱਖਤਾ ਦਾ ਭਲਾ ਕਰਨਗੇ, ਤੇਰਾ ਵੀ ਭਲਾ ਹੋਵੇਗਾ ਤੇ ਮਨੁੱਖਤਾ ਦਾ ਵੀ ਭਲਾ ਹੋਵੇਗਾ, ਸਮਝੀ ਇਹ ਜ਼ੁਬਾਨ ਉਦੋਂ ਪਵਿੱਤਰ ਹੋ ਗਈ ਹੈ। ਬਸ ਮਹਾਰਾਜ ਆਖਦੇ ਨੇ ਤੂੰ ਅਜੇ ਫਿਰ ਸਮਝਿਆ ਹੀ ਨਹੀਂ ਸੁੱਚਮਤਾ ਕਿਹਨੂੰ ਕਹਿੰਦੇ ਨੇ, ਪਵਿੱਤਰਤਾ ਕਿਹਨੂੰ ਕਹਿੰਦੇ ਨੇ। ਤਾਂ ਗੁਰਬਾਣੀ ਵਿੱਚ ਮਹਾਰਾਜ ਨੇ ਕਿਹਾ ਸੂਚੇ ਇਹ ਨਾ ਆਖੀਆਂ ਬਹਿਣ ਜੋ ਪਿੰਡਾ ਤੁਹੇ, ਸੂਚੇ ਸਹੀ ਨਾਨਕਾ ਜਿਨ ਮਨ ਵਸਿਆ ਸੋਏ। ਜਿਨ੍ਹਾਂ ਦੇ ਮਨ ਵਿੱਚ ਪਵਿੱਤਰਤਾ ਆ ਗਈ ਹੈ ਨਾ, ਸੁੱਚੇ ਉਹੀ ਮਨੁੱਖ ਹੋ ਸਕਦੇ ਨੇ। ਜਿਨ੍ਹਾਂ ਦਾ ਮਨ ਹੀ ਅਜੇ ਪਵਿੱਤਰ ਨਹੀਂ, ਤੇ ਫਿਰ ਉਹ ਇਹ ਅੰਦਾਜ਼ਾ ਲੈ ਲੈਣ ਵੀ ਬਾਕੀ ਤਨ ਜਿਹੜਾ ਉਹ ਅਜੇ ਮੈਲਾ ਹੀ ਹੈ। ਤਾਂ ਮਨ ਮੈਲਾ ਹੈ, ਤੇ ਜੇ ਮਨ ਮੈਲਾ ਹੋਵੇ, ਆਓ ਗੁਰੂ ਸਾਹਿਬ ਤੋਂ ਪੁੱਛ ਲਈਏ ਪਾਤਸ਼ਾਹ ਜੇ ਮਨ ਅਪਵਿੱਤਰ ਹੋਵੇ ਤੇ ਫਿਰ ਕੀ ਵਾਕਈ ਸਾਰਾ ਕੁਝ? ਮਹਾਰਾਜ ਆਖਦੇ ਨੇ ਮਨ ਮੈਲੇ ਸਭ ਕੁਝ ਮੈਲਾ, ਅੱਖਾਂ ਵੀ ਮੈਲੀਆਂ, ਜ਼ੁਬਾਨ ਵੀ ਮੈਲੀ, ਕੰਨ ਵੀ ਮੈਲੇ, ਕਹਿ ਲਗੇ ਹੱਥ ਵੀ ਮੈਲੇ, ਤਨ ਮੈਲਾ। ਮਹਾਰਾਜ ਆਖਦੇ ਨਹੀਂ ਪਿਆਰਿਆ, ਮਨ ਮੈਲੇ, ਤੇਰਾ ਮਨ ਮੈਲਾ ਪਵਿੱਤਰ ਨਹੀਂ ਹੈਗਾ, ਅਪਵਿੱਤਰ ਹੈ। ਮਨ ਮੈਲੇ ਸਭ ਕੁਝ ਮੈਲਾ, ਤਨ ਧੋਤੇ ਮਨ ਹੱਛਾ ਨਾ ਹੋਏ। ਇਹਦਾ ਮਤਲਬ ਤਨ ਦਾ ਸੰਬੰਧ ਮਨ ਦੇ ਨਾਲ ਨਹੀਂ, ਮਨ ਦੀ ਪਵਿੱਤਰਤਾ ਦਾ ਸੰਬੰਧ ਤਨ ਦੀ ਪਵਿੱਤਰਤਾ ਨਾਲ ਨਹੀਂ ਹੈ। ਜੇ ਕਿਤੇ ਇਸ ਤਰ੍ਹਾਂ ਹੁੰਦਾ ਤੇ ਫਿਰ ਬੜਾ ਸੌਖਾ ਸੀ,
भी तन नूं साफ कीतियां। महाराज पातशाह जी ने तां ही फिर आखिया ना, गुरु अमरदास सच्चे पातशाह जी ने, मन मैले सब किछ मैला, तन धोता मन हच्छा ना होए। ये जगत भरम भुलाया, विरला बूझे कोई विरले बंदे नूं गल दी समझ आउंदी है। गुरु नानक साहब ने तो बड़ी प्यारी उदाहरण दी इस गल दी। महाराज आखदे प्यारिया, जिवें एक आम मनुख, तुसी दुनिया दे विच कोई भावें एक अखर ना पढ़िया होवे ना, छोटे जे बच्चे नूं पुछ लो, तुसी किसी भी मनुख नूं दुनिया विच पुछ लो, उहनूं पुछो भी जदों तेरे तन, तेरे हाथ मैले हो जाते ने, तेरे पैर मैले हो जाते ने, शरीर मैला हो जाता, तूं की करदा है? वो आखेगा, उदों मैं अपने शरीर नूं, हत्थां पैरां नूं पानी नाल, साबन नाल धोना है। घट्टो घट पानी नाल ते धोना ही है। जदों हत्थ मैले हो जाते ने, गंदगी नाल भर जाते ने, ते उन्हां जदों तेरे कपड़े मैले हो जाते, गंदगी नाल भर जाते, फिर की करदा है? वो आखेगा, मैं फिर सर्फ पा के या साबन ला के ते इन्हां कपड़ियां दे अंदरली जिहड़ी मैल है उहनूं धो के बाहर कढ देना। किसी भी दुनिया, मैं कहना इन्ना सौखा तरीका गुरु नानक साहब ने सानू समझाया बाणी दे राही, भी हर बंदे नूं समझ आ जाए। ये तो हर बंदे नूं पता है ना, भी हाथ मैले हो जान, पैर मैले हो जान, तन मैला होवे ते पानी नाल धोता जा सकदा है, कपड़े मैले हो जान ते साबन नाल आपां धो लैने आ, सर्फ नाल धो लैने आ। महाराज आखदे, जे बंदे दी मत मन मैला हो जाए, फिर की करे? जे तेरे कपड़े अपवित्र हो गए, इन्हां नूं पवित्र करने वास्ते तू साबन ते सर्फ दा कहण लगे सहयोग लेना है, पर जे तेरी मत मन मैला हो जाए, फिर की करेगा? कि ऐसा दुनिया विच बणिया कोई साबन जिहड़ा तेरी मत नूं, तेरे मन नूं धो सके ते अंदरों तेरी मैल नूं कढ देवे? महाराज आखदे नहीं। ते कोई दुनिया का डॉक्टर ऐसा नहीं अजे तक जेड़ा आखे भी आओ जी कोई मशीन भी बन गई, कोई ऐसा स्कैन करके दस देगा भी तेरा मन कितना को मैला है। ये भी कोई मशीन दुनिया में नहीं बनी, ये केवल गुरु ही दस सकता भी तेरा मन कितना मैला है। गुरु तो बिना कोई नहीं दस सकता। गुरु जानता भी साडा मन कितना को मैला है, किस तल ते असीं जी रहे हैं। तो महाराज ने फिर कृपा की, गुरुदेव आखदे ने, भरिए हाथ पैर तन दे, पानी धोता उतर सखे, मूत पलिती कपड़ हुए, दे साबून लइए धोए, भरिए मत पापा कै संग, ओ धोपै नावे कै रंग। जे तेरी मत मैली हो जावे ना, ते उन्होंने फिर केवल नाम दे नाल ही धोता जा सकता है। और कोई तरीका, और कोई साधन नहीं है, और कोई ढंग नहीं है, कोई जुगत नहीं है। तो बड़ी कृपा की महाराज पातशाह जी ने इत्थे शब्द विच आखिया है कि किहड़े मनुख पवित्र होए ने, किहड़े मनुख पवित्र जीवन वाले होए ने, जिहड़े केवल बाहरी तौर ते अपने आप नूं पवित्र विखा के, जिहड़े संसार विच कर्म कांड करके या होर संसार दे विच बाहरी तौर पर चंगियां गल्लां करके ते आखदे सन असीं पवित्र हाँ, कि रब दे दर ते प्रवान हो गए। महाराज कहणगे बिल्कुल भी नहीं, उन्हां नूं पवित्र नहीं गिणिया महाराज ने। बड़ा प्यारा एक भाई वीर सिंह ने काव रूप दे विच मनुख नूं समझाउण वास्ते बड़ा प्यारा एग्जाम्पल दिता है। भाई वीर सिंह आखदे ने, एक दिन मैं कोलियां दी भट्ठी दे कोल चला गया, जिथे कोले पए हुए सन। कोले पता लकड़ जदों सड़दी है ते उहदे कोले हुंदे ने काले। भाई वीर सिंह आखदे ने, मैं एक दिन कोलियां दी भट्ठी दे कोल गया, ते तुसीं वेखिया होवेगा जदों कोई प्रैस करदे ने ते विच कोले पाए हुंदे ने। अजकल हुण इलैक्ट्रॉनिक दूजियां आ गईयां ने, बिजली ते चलण वालीआं प्रैसां, पर किते ना किते ये वेखण विच मिलदियां ने भी कोले पा के ते वो कपड़ियां नूं प्रैस करदे ने। भाई वीर सिंह आखदे ने, मैं कोलियां दी भट्ठी दे कोल गया जिथे कोले पए हुए सन बहुत सारे। कहण लगे मैं एक कोला उत्थों चुकिया ते मैं की कीता, उस कोले नूं चुक के ते मैं अपने मन विच विचार कीती भी अज क्यों ना इहनूं काला होया पिया, इहनूं इहदा रंग बदलीए आपां, ये मैला होया पिया, इहदी मलीनता दूर करिए,
ਇਹਦਾ ਕਾਲਾਪਨ दूर करिए। कहने लगे मैं की कीता, ਪਹਿਲਾਂ ਤੇ ਸਾਬਣ ਦੇ ਨਾਲ ਘਰੇ ਆ ਕੇ ਕੋਲੇ ਨੂੰ ਚੰਗੀ ਤਰ੍ਹਾਂ ਧੋਤਾ, ਪਰ ਕਹਿਣਗੇ ਗੱਲ ਨਹੀਂ ਬਣੀ, ਉਹ ਕਾਲਾ ਹੀ ਰਿਹਾ। ਬੜਾ ਯਤਨ ਕੀਤਾ, ਮੈਂ ਕੋਲੇ ਨੂੰ ਸਾਬਣ ਲਾ ਲਾ ਕੇ ਮਲ ਮਲ ਕੇ ਧੋਂਦਾ ਰਿਹਾ, ਪਰ ਗੱਲ ਨਹੀਂ ਬਣੀ। ਕਹਿਣ ਲੱਗੇ ਜਿਹੜਾ ਸਾਬਣ ਕੱਪੜੇ ਦੇ ਅੰਦਰੋਂ ਕਾਲਾਪਨ ਦੂਰ ਕਰ ਦਿੰਦਾ, ਮਲੀਨਤਾ ਦੂਰ ਕਰ ਦਿੰਦਾ, ਪਰ ਕੋਲੇ ਦੀ ਮਲੀਨਤਾ ਉਹ ਵੀ ਨਹੀਂ ਦੂਰ ਕਰ ਸਕਿਆ। ਬੜੇ ਯਤਨ ਕੀਤੇ। ਕਹਿਣ ਲੱਗੇ ਫਿਰ ਮੈਂ ਆਖਿਆ ਵੀ ਜੇ ਸਾਬਣ ਨਾਲ ਗੱਲ ਨਹੀਂ ਬਣੀ ਤੇ ਮੈਂ ਦੁੱਧ ਵਿੱਚ ਪਾ ਕੇ ਵੇਖਾਂ। ਦੁੱਧ ਤੇ ਦਹੀਂ ਬੜੇ ਚਿੱਟੇ ਹੁੰਦੇ ਨੇ। ਮੈਂ ਦੁੱਧ ਵਿੱਚ ਪਾਇਆ, ਦਹੀਂ ਵਿੱਚ ਵੀ ਪਾਇਆ, ਤੇ ਪਾ ਕੇ ਕਿੰਨੀ ਦੇਰ ਤੱਕ ਰੱਖਿਆ, ਕੱਢਿਆ ਬਾਹਰ ਫਿਰ ਕਾਲਾ। ਗੱਲ ਫਿਰ ਨਹੀਂ ਬਣੀ। ਕਹਿ ਲਗੇ ਫਿਰ ਮੈਂ ਉਹਨੂੰ ਲਲਾਰੀ ਕੋਲ ਲੈ ਗਿਆ, ਜਿਹੜਾ ਕੱਪੜੇ ਰੰਗਦਾ ਨਾ, ਕੱਪੜਿਆਂ ਤੇ ਰੰਗ ਚਾੜਦਾ। ਕਹਿ ਲਗੇ ਮੈਂ ਉਸ ਕੋਲ ਲੈ ਕੇ ਗਿਆ ਵੀ ਤੂੰ ਤਾਂ ਮਾਹਰ ਹੈ ਇਸ ਕੰਮ ਦੇ ਵਿੱਚ, ਵੀ ਤੇਰੇ ਕੋਲ ਕੋਈ ਕੱਪੜਾ ਲੈ ਕੇ ਆਉਂਦਾ ਤੇ ਤੂੰ ਉਹਦੇ ਤੇ ਜਿਹੜਾ ਕੋਈ ਆਖੇ ਉਹੀ ਰੰਗ ਚੜਾ ਦੇਣਾ। ਮੈਂ ਤੇਰੇ ਕੋਲ ਕੋਲਾ ਲੈ ਕੇ ਆਇਆ, ਮੈਂ ਤੇ ਯਤਨ ਕਰਕੇ ਥੱਕ ਗਿਆ, ਪਰ ਤੂੰ ਮਾਹਰ ਆ, ਤੂੰ ਇਹਦੇ ਕਾਲੇਪਨ ਨੂੰ ਦੂਰ ਕਰ ਦੇ। ਕਹਿਣ ਲੱਗੇ ਉਹਨੇ ਵੀ ਚੰਗਾ ਉਹਨੂੰ ਉਬਾਲਿਆ ਤੇ ਉਸ ਤੋਂ ਬਾਅਦ ਰੰਗ ਰੁੰਗ ਪਾ ਕੇ ਬੜੇ ਯਤਨ ਕੀਤੇ, ਪਰ ਉਹਦੀ ਕਾਲਕ ਫਿਰ ਵੀ ਨਹੀਂ ਗਈ। ਅਖੀਰ ਕਹਿਣ ਲੱਗੇ ਫਿਰ ਮੈਂ ਇਹ ਸੋਚਿਆ ਵੀ ਇਹਦੀ ਕਾਲਕ ਦੂਰ ਕਿਉਂ ਨਹੀਂ ਜਾ ਰਹੀ। ਤਾਂ ਕਹਿਣ ਲੱਗੇ ਫਿਰ ਜਦੋਂ ਮੈਨੂੰ ਸਮਝ ਆਈ ਇਸ ਗੱਲ ਦੀ ਵੀ ਅਸਲ ਦੇ ਵਿੱਚ ਜਿੱਥੋਂ ਇਹ ਦੂਰ ਹੋਇਆ ਨਾ, ਇਹਨੂੰ ਉੱਥੇ ਹੀ ਦੁਬਾਰਾ ਜੋੜਨਾ ਚਾਹੀਦਾ ਹੈ, ਸ਼ਾਇਦ ਇਹਦੀ ਕਾਲਕ ਦੂਰ ਹੋ ਜਾਵੇ। ਸਾਬਣ ਲਾਲਾ ਧੋਤਾ ਕੋਲਾ, ਦੁੱਧ ਦਹੀਂ ਵਿੱਚ ਪਾਇਆ, ਖੁੰਬੇ ਚਾੜ ਰੰਗਣ ਕੀ ਧਰਿਆ, ਰੰਗ ਨਾ ਉਸ ਵਟਾਇਆ। ਕਹਿਣ ਲੱਗੇ ਮੈਂ ਯਤਨ ਕੀਤੇ ਲਲਾਰੀ ਕੋਲ ਜਾ ਕੇ, ਪਰ ਨਹੀਂ ਗੱਲ ਨਹੀਂ ਬਣੀ। ਫਿਰ ਕਹਿਣ ਲੱਗੇ ਮੈਨੂੰ ਸਮਝ ਆਈ ਵੀ ਜਿੱਥੋਂ ਇਹ ਕੋਲਾ ਵਿਛੜਿਆ ਨਾ, ਇਹਨੂੰ ਦੁਬਾਰਾ ਉੱਥੇ ਹੀ ਜੋੜਦੇ ਹਾਂ। ਹੁਣ ਕੋਲਾ ਵਿਛੜਿਆ ਸੀ ਅੱਗ ਤੋਂ, ਤੇ ਅੱਗ ਤੋਂ ਕੋਲਾ ਵਿਛੜਿਆ ਸੀ। ਕਹਿਣ ਲੱਗੇ ਮੈਂ ਅੱਗ ਬਲ ਰਹੀ ਸੀ ਤੇ ਉਹ ਕੋਲੇ ਨੂੰ ਅੱਗ ਦੇ ਵਿੱਚ ਪਾ ਦਿੱਤਾ। ਜਦੋਂ ਹੀ ਚੰਗਿਆੜੀ ਨਾਲ ਲੱਗਿਆ ਤੇ ਉਸੇ ਵੇਲੇ ਕਾਲਾ ਕੋਲਾ ਲਾਲ ਹੋ ਗਿਆ, ਰੰਗ ਉਸੇ ਵੇਲੇ ਬਦਲ ਗਿਆ। ਕਹਿਣ ਲੱਗੇ ਸਮਝ ਆ ਗਈ ਮੈਨੂੰ, ਜਿੱਥੋਂ ਵਿਛੜ ਕੇ ਇਹਨੂੰ ਕਾਲਖ ਮਿਲੀ ਹੈ, ਕਿਉਂ ਨਾ ਇਹਨੂੰ ਦੁਬਾਰਾ ਉੱਥੇ ਹੀ ਜੋੜ ਦੇਵਾਂ। ਕਹਿਣ ਲੱਗੇ ਜਿੱਥੋਂ ਇਹ ਵਿਛੜ ਕੇ ਕਾਲਖ ਇਹਨੂੰ ਮਿਲੀ ਹੈ, ਦੁਬਾਰਾ ਕਿਉਂ ਨਾ ਉੱਥੇ ਜੋੜਾ। ਹੋ ਸਕਦਾ ਉੱਥੇ ਜੁੜ ਕੇ ਪਵਿੱਤਰ ਹੋ ਜਾਵੇ। ਔਰ ਵਾਕਿਆ ਹੀ ਕਹਿਣ ਲੱਗੇ ਅੰਗ ਅੱਗ ਦੇ ਲਾ ਕੇ ਵੇਖੋ ਚੜ੍ਹਦਾ ਰੂਪ ਸਵਾਇਆ। ਜਦੋਂ ਮੈਂ ਦੁਬਾਰਾ ਇਹਨੂੰ ਉੱਥੇ ਲਾਇਆ ਤੇ ਵਾਕਿਆ ਹੀ ਕਹਿਣ ਲੱਗੇ ਫਿਰ ਇਹਦਾ ਰੰਗ ਬਦਲ ਗਿਆ, ਰੂਪ ਬਦਲ ਗਿਆ। ਸੱਚ ਇਹ ਹੈ ਅਸੀਂ ਉਹਨਾਂ ਚਿਰ ਪਵਿੱਤਰ ਨਹੀਂ ਹੋ ਸਕਦੇ ਜਿੰਨਾ ਚਿਰ ਅਸੀਂ ਉਸ ਪਵਿੱਤਰ ਚੀਜ਼ ਨਾਲ ਨਹੀਂ ਜੁੜਦੇ। ਤੇ ਉਹ ਪਵਿੱਤਰ ਕੀ ਹੈ? ਗੁਰੂ ਅਮਰਦਾਸ ਪਾਤਸ਼ਾਹ ਆਖਦੇ ਨੇ ਉਹ ਪਵਿੱਤਰ ਚੀਜ਼ ਹੈ ਪਰਮਾਤਮਾ ਦਾ ਨਾਮ। ਨਾਮ ਪਵਿੱਤਰ, ਨਾਮ ਕਦੀ ਮੈਲਾ ਨਹੀਂ ਹੁੰਦਾ, ਨਾਮ ਕਦੀ ਵੀ ਮੈਲਾ ਨਹੀਂ ਹੁੰਦਾ, ਨਾਮ ਸਦਾ ਹੀ ਨਿਰਮਲ ਹੈ। ਇਸ ਕਰਕੇ ਜੋ ਮੈਂ ਉਦਾਹਰਨ ਦਿੱਤੀ ਵੀ ਇੱਕ ਕੱਪੜੇ ਨੂੰ ਸਾਬਣ ਜਦੋਂ ਲਾਉਂਦੇ ਆ ਤੇ ਕੱਪੜਾ ਧੋਤਾ ਜਾਂਦਾ ਹੈ, ਪਰ ਸਾਬਣ ਉਹਨਾਂ ਚਿਰ ਰਹਿੰਦਾ ਜਿੰਨਾ ਚਿਰ ਪਾਣੀ ਨਹੀਂ ਪਾਉਂਦੇ। ਜਦੋਂ ਕੱਪੜੇ ਨੂੰ ਪਾਣੀ ਦੇ ਵਿੱਚ ਪਾਇਆ, ਕੱਪੜੇ ਨੂੰ, ਸਾਬਣ ਵੱਖ ਹੋ ਗਿਆ ਤੇ ਮੈਲ ਵੱਖ ਹੋ ਗਈ। ਪਰ ਜਿਹੜਾ ਨਾਮ ਹੈ ਨਾ, ਇੱਕ ਬੜੀ ਹੀ ਵੱਡੀ ਕਰਾਮਾਤ ਮਨੁੱਖ ਦੇ ਅੰਦਰ ਕਰਦਾ ਹੈ। ਜਦੋਂ ਆਪਾਂ ਨਾਮ ਜਪਦੇ ਆ ਤੇ ਨਾਮ ਫਿਰ ਸਾਡੇ ਮਨ ਚਿੱਤ ਤੋਂ ਵੱਖ ਨਹੀਂ ਹੁੰਦਾ, ਬਲਕਿ ਨਾਮ ਉਸੇ ਮਨ ਵਿੱਚ ਹੀ ਵਸ ਜਾਂਦਾ ਹੈ। ਫਿਰ ਇਹ ਦੁਬਾਰਾ ਮੈਲਾ ਹੋਣ ਹੀ ਨਹੀਂ ਦਿੰਦਾ, ਇਹ ਕਦੀ ਵੀ ਮੈਲਾ ਨਹੀਂ ਹੋਣ ਦਿੰਦਾ। ਇਹ ਫਿਰ ਸਦਾ ਹੀ ਮਨੁੱਖ ਦੇ ਅੰਦਰ ਆਏ ਹੋਏ ਹਰ ਇੱਕ ਭੈੜੇ ਵਿਚਾਰ ਨੂੰ ਬਾਹਰ ਕੱਢ ਦਿੰਦਾ ਹੈ। ਇਹ ਖਾਸੀਅਤ ਹੈ ਨਾਮ ਦੀ। ਤਾਂ ਮੇਰੇ ਗੁਰਦੇਵ ਆਖਦੇ ਨੇ ਪਵਿੱਤ ਹੋਏ ਸੇ ਜਨਾ ਜਿਨੀ ਹਰ ਧਿਆਇਆ। ਧਿਆਏ ਦੇ ਅਰਥ ਵੀ ਬੜੇ ਜਿਹੜੇ ਨੇ ਡੂੰਘੇ ਹਨ। ਧਿਆਏ ਦੇ ਅਰਥ ਅਸੀਂ ਕਰ ਦਿੰਦੇ ਆ ਵੀ ਪਰਮਾਤਮਾ ਦਾ ਨਾਮ ਜਪਣਾ। ਜਪਣਾ ਨਹੀਂ, ਧਿਆਉਣ ਦਾ ਅਰਥ ਹੈ ਜਿਹਨੇ ਪਰਮਾਤਮਾ ਦੇ ਨਾਮ ਨੂੰ ਜਪ ਕੇ ਕਮਾ ਲਿਆ। ਤੁਸੀਂ ਜਪਜੀ ਸਾਹਿਬ ਦੇ ਆਰੰਭ ਵਿੱਚ ਬਾਣੀ ਦਾ ਨਾਮ ਹੈ ਜਪ। ਜਪ ਦਾ ਅਰਥ ਹੈ ਜਪਣਾ। ਪਰ ਅਖੀਰ ਤੇ ਜਾ ਕੇ ਮਹਾਰਾਜ ਨੇ ਆਖਿਆ ਜਿਨੀ ਨਾਮ ਧਿਆਇਆ। ਉੱਥੇ ਇਹ ਨਹੀਂ ਆਖਿਆ ਜਿਨੀ ਨਾਮ ਜਪਿਆ, ਜਿਨੀ ਨਾਮ ਧਿਆਇਆ, ਜਿਨ੍ਹਾਂ ਨੇ ਨਾਮ ਦੀ ਕਮਾਈ ਕਰ ਲਈ।
एक ओंकार तो लैके फिर जेड़े महाराज ने आखे जिन्हां ने वाकिया ही जपजी साहब नूं सुन के कमा लिया, जिन्नी नाम ध्याया गए मशक्कत काल, नानक ते मुख उजले, उन्हां दे मुख सदा ही उजले हन, निर्मल हन, पवित्र हन, चमकदे हन, रोशन हन। क्यों? क्योंकि उन्होंने उस शब्द की कमाई कर ली, नाम की कमाई कर ली। नानक ते मुख उजले केती छुट्टी नाल, जिन्हां जिन्हां ने उन्हां दी संगत कीती फिर वो भी निर्मल हो गए। गुरुदेव आखदे ने वो मनुख वाकई ही पवित्र जीवन वाले हो जाते ने जेड़े परमात्मा परमेश्वर दे कह लगे परमात्मा दे नाम नूं अपने अंदर वसा के, नाम नूं सुन के ते नाम की कमाई कर लेते हैं। पवित्र होए से जना जिन्नी हर ते आया, वही पवित्र होए ने भाई। कोई सेवक परमात्मा दे नाम रही पवित्र होंदे ने, जेड़े नाम की कमाई कर लेते हैं। हर ध्याया पवित्र होए गुरमुख जिन्नी ध्याया, जिन्हां ने परमात्मा दे नाम नूं सुन के कमा लिया, वही पवित्र होए गुरमुख। खखे नूं सिहारी लगी है, गुरु दे मुख राही। असीं इहदे अर्थ गुरमुख कर दिंदे हां। गुरमुख के अर्थ भी वैसे ये होंदे ने जिदा मुख गुरु वाले पासे होवे, जिदा मुंह गुरु वाले पासे है। ते गुरु अमरदास पातशाह इत्थे कृपा करते ने, गुरमुख जिन्नी ध्याया, जिन्हां ने गुरु तो ज्ञान लैके परमात्मा दे नाम की कमाई की है, गुरु तो समझ लैके गुरु की शरण विच पै के जिन्हां ने नाम की कमाई की है, वो पवित्र हो गए। पवित्र माता पिता कुटुंब सहित स्यों पवित्र संगत सबाइयां। हुण महाराज ने इत्थे भी जिहड़े अर्थ ने वो बड़े डूंघे समझाए ने। एक अर्थ इहदे ये जिहड़े ने कि पवित्र हो गए उहदे माता अते पिता, उहदा परिवार, क्योंकि वो परिवार विच बैठ के परमात्मा दे पवित्र नाम नूं जपदा है। पर नहीं प्यारिओ, इहदा अर्थ भी जिहड़ा बड़ा डूंघा है। जिहड़ा साडा परिवार है, हुण हर बंदे दा अपना परिवार है, वो है ज्ञान इंद्रिय। जेड़े साडे ज्ञान इंद्रिय ने ये साडा परिवार है, जिन्हों कबीर साहब आखदे ने सब परिवार चढ़ाया बेड़े। हुण किहड़ा परिवार? हुण कबीर साहब ये थोड़ा भी अपने परिवार नूं बेड़े ते चढ़ा रहे ने, नहीं। असल विच अपने सारे ज्ञान इंद्रियां नूं परमात्मा परमेश्वर दे ज्ञान रूपी बेड़े ते उन्हां ने जदों चढ़ा दिता ते वो प्रवान हो गए, किनारे ते लग गए, उन्हां दी यात्रा सफल हो गई। बस इत्थे गुरुदेव आखदे ने फिर तेरे ज्ञान इंद्रिय, तेरा ये तन, तेरी सोच, तेरी समझ, तेरा मन चित अंतःकरण, ये सब पवित्र हो गए। जिन्हां जिन्हां ने तेरी संगत की, जिन्हां ने संग कीता, वो भी पवित्र हो गए। कहंदे पवित्र सुन दे पवित्र से पवित्र जिन्नी मन वसाया। परमात्मा का नाम जिहड़ा है वो एक इहो जिहा आनंद दा सोमा है कि जेड़े भी परमात्मा दे नाम नूं जपदे हन वो पवित्र हो जाते हैं, सुनने वाले भी पवित्र हो जाते हैं। हुण कौन सुन रहा है? सच ये है भी जिन्हां ने अपने मुख तो जपिया, कन्नां नाल सुनिया, वो ही पवित्र होए ने। जिन्हां ने जपिया ते कन्नां नाल सुनिया पवित्र हो गए। महाराज आखदे कहंदे पवित्र सुन दे पवित्र से पवित्र जिन्नी मन वसाया, क्योंकि मुंह नाल जपिया ते कन्नां नाल सुन के मन विच वसा लिया, वो पवित्र जीवन वाले हो गए। कहे नानक से पवित्र जिन्हें गुरमुख हर हर ध्याया। नानक जी आखदे हन जिन्हां मनुखां ने गुरु दा ओट आसरा लैके परमात्मा दे नाम नूं जप के कमा लिया, असल विच उन्हां दा जीवन ही पवित्र है। महाराज कृपा करन, बख्शिश करन, आपां गुरु तो समझ लैके, गुरु तो मत लैके, गुरु के शब्द नाल जुड़ के अपने मन नूं, अपने विचारां नूं, अपने जीवन नूं पवित्र कर सकते हैं। महाराज सानू इन्ना बल अते उदम बख्शिश करन। विचार करते हैं बेन भुल्लां होईयां बख्श लेणियां। वाहिगुरू जी का खालसा, वाहिगुरू जी की फतेह।